ਪੁੱਤਾਂ ਦੇ ਅੱਗੇ ਨਾ ਹੱਥ ਬੰਨ ਕੇ ਬੇਨਤੀ ਆ, ਪਿਓਾਂ ਦਾ ਮਾਣ ਨਾ ਤੋੜਿਓ। ਤੁਹਾਨੂੰ ਇੱਕ ਸੱਚਾ ਵਾਕਿਆ ਲਾਹੌਰ ਦਾ ਸੁਣਾਉਣਾ, ਸੁਣਿਓ, ਸਬਕ ਮੌਜ਼ਵੀਆ, ਦਿਲ ਵੀ ਖੁਸ਼ ਹੋਊਗਾ ਤੁਹਾਡਾ। ਇੱਕ ਸਕੂਲ ਟੀਚਰ ਜਨਾਬ ਰਿਟਾਇਰਮੈਂਟ ਹੋਈ, 45 ਲੱਖ ਰੁਪਈਆ ਰਿਟਾਇਰਮੈਂਟ ਦਾ ਮਿਲਿਆ। ਉਹਨੇ ਪਹਿਲੀ ਬੇਟੀ ਵੱਡੀ ਸੀ, ਵੱਡੀ ਬੇਟੀ ਦੀ ਸ਼ਾਦੀ ਕਰ ਦਿੱਤੀ ਤੇ ਛੋਟਾ ਬੇਟਾ BSc ਕਰ ਚੁੱਕਿਆ ਸੀ। ਛੋਟੇ ਬੇਟੇ ਨੇ ਅਪਲਾਈ ਕੀਤਾ ਯੂਰਪ ਵਾਸਤੇ, ਉਹਦਾ ਜਨਾਬ ਸੂਰਤ ਹਾਲ ਉਧਰ ਦੀ ਸੈੱਟ ਹੋ ਗਈ। ਬਾਪ ਨੇ ਪਹਿਲੀ ਦਫਾ ਜ਼ਿੰਦਗੀ 'ਚ ਬੜਾ ਸ਼ੌਕ ਸੀ ਗੱਡੀ ਲੈਣ ਦਾ, ਤੇ ਗੱਡੀ ਲਈ ਵੀ, ਮੈਨੂੰ ਰਿਟਾਇਰਮੈਂਟ ਵੀ ਮਿਲ ਗਈ, ਪੈਸਾ ਵੀ ਕੋਲ ਹੈਗਾ, ਕੁਛ ਘਰ ਦੇ ਪੈਸੇ ਮੇਨਟੇਨੈਂਸ ਤੇ ਲਾ ਲੈ। 5 ਮਰਲੇ ਦਾ ਉਹਨਾਂ ਕੋਲ ਡਬਲ ਸਟੋਰੀ ਘਰ ਸੀ ਤੇ ਨਾਲ ਹੀ ਦੂਸਰੀ ਗਲੀ ਦੇ ਵਿੱਚ ਸ਼ੋਰੂਮ ਵਗੈਰਾ ਸੀ ਕਾਰਾਂ ਦੇ, ਤੇ ਉਹਨਾਂ ਨੇ ਗੱਡੀ ਵੀ ਲਈ। ਗੱਡੀ ਲਈ ਉਹਨਾਂ ਨੇ 18 ਲੱਖ ਦੀ ਜਨਾਬ, ਤੇ ਸਿਸਟਮ ਚੱਲਦਾ ਰਿਹਾ। ਕੁਛ ਚਿਰ ਬਾਅਦ ਬੇਟੇ ਦਾ ਯੂਰਪ ਜਾਣ ਦਾ ਜਿਹੜਾ ਖਾਬ ਸੀ ਉਹ ਪੂਰਾ ਹੋਣ ਲੱਗਾ। ਜਦੋਂ ਯੂਰਪ ਜਾਣ ਦਾ ਖਾਬ ਪੂਰਾ ਹੋਣ ਲੱਗਾ ਸਟੱਡੀ ਵੀਜ਼ੇ ਤੇ ਪੈਸੇ ਕੱਟ ਗਏ। ਪਿਓ ਨੇ ਬੜੀ ਮੁਸ਼ਕਲ ਨਾਲ ਗੱਡੀ ਵੇਚੀ, ਦਿਲ ਨਹੀਂ ਸੀ ਜੰਮਦਾ, ਲੇਕਿਨ ਔਲਾਦ ਦੀ ਖਾਤਰ ਪਿਓ ਕੁਰਬਾਨੀਆਂ ਦਿੰਦਾ ਹੈ। ਜੇ ਔਲਾਦ ਵੀ ਦੇਵੇ ਤਾਂ ਫਿਰ ਚੱਸ ਆਉਂਦੀ ਹੈ। ਗੱਡੀ ਵੇਚ ਦਿੱਤੀ, ਘਰ 'ਚ ਥੋੜੀ ਜਿਹੀ ਤੰਗੀ ਆਉਣੀ ਸ਼ੁਰੂ ਹੋ ਗਈ। ਬੇਟਾ ਬਾਹਰ ਚਲਾ ਗਿਆ, ਵੇਲੇ ਵੇਲੇ ਉਹਨੂੰ ਖਰਚਾ ਮਰਚਾ ਘੱਲਦੇ ਰਹਿਣਾ, ਜ਼ਿਆਦਾ ਪੈਸੇ ਨਾ ਘੱਲਣੇ। 8 ਸਾਲ ਗੁਜ਼ਰ ਗਏ। ਉਹ ਬਾਪ ਨੂੰ ਇੱਕ ਸ਼ੌਕ ਸੀ ਗੱਡੀ ਦਾ, ਹੁਣ ਜਾ ਕੇ ਸ਼ੋਰੂਮ ਤੇ ਕਦੀ ਕਦੀ ਰੇਟ ਪੁੱਛਦੇ ਰਹਿਣਾ ਵੀ ਮੇਰੇ ਪੁੱਤ ਨੇ ਆ ਜਾਣਾ ਤੇ ਅਸੀਂ ਗੱਡੀ ਫੇਰ ਲੈ ਲੈਣੀ ਹੈ। ਕਿਉਂਕਿ ਜ਼ਿੰਦਗੀ ਦੇ ਵਿੱਚ ਸਿਰਫ 2 ਮਹੀਨੇ ਉਹਨੇ ਗੱਡੀ ਰੱਖੀ, ਔਰ ਜ਼ਿੰਦਗੀ ਦਾ ਉਹ ਹਿੱਸਾ ਆ ਗਿਆ, ਦੋਹਤਿਆਂ ਵਾਲਾ ਹੋ ਗਿਆ ਉਹ, ਯਾਨੀ ਉਹਨੇ ਤੀਸਰੀ ਨਸਲ ਉਹਦੇ ਸਾਹਮਣੇ ਆ ਗਈ। ਤੁਸੀਂ ਆਪ ਅੰਦਾਜ਼ਾ ਲਾਓ। ਤੇ ਵੇਲੇ ਕੋਈ ਨੇ ਸ਼ੋਰੂਮ ਤੇ ਜਾਣਾ, ਤੇ ਇੱਕ ਦਿਨ ਨਾ ਉਹ ਬੇਟਾ ਜਿਹੜਾ ਸੀ ਉਹ ਸਰਪ੍ਰਾਈਜ਼ ਦੇਣ ਦੇ ਚੱਕਰਾਂ ਸੀ। 8 ਸਾਲਾਂ ਬਾਅਦ ਬੇਟਾ ਵਾਪਸ ਆਇਆ ਤੇ ਕਿਸੇ ਨੂੰ ਘਰ 'ਚ ਨਹੀਂ ਦੱਸਿਆ। ਤੇ ਬਾਪ ਨਮਾਜ਼ ਪੜ੍ਹ ਕੇ ਆਉਂਦਾ ਪਿਆ ਸੀ, ਤਾਂ ਆਉਂਦਾ ਹੋਇਆ ਫਿਰ ਗੱਡੀਆਂ ਦੇ ਲਾਗੇ ਖਲੋ ਗਿਆ ਸ਼ੋਰੂਮ ਵਾਲਾ। ਉਹਨੇ ਕਿਹਾ ਬਾਬਾ ਰੋਜ਼ ਆਇਆ ਨਾ ਇੱਥੇ ਸਾਡਾ ਸਿਰ ਖਾਣ ਨੂੰ, ਨਾ ਤੂੰ ਲੈਣੀ ਹੁੰਦੀ, ਨਾ ਗੱਲ ਨਾ ਬਾਤ। ਤੇ ਬਾਬੇ ਦਾ ਬੜਾ ਦਿਲ ਦੁਖਿਆ, ਤੇ ਬਾਬੇ ਨੇ ਦੁਆ ਮੰਗੀ ਆ, ਯਾਰ ਰੱਬਾ ਯਾ ਮੇਰੇ ਪੁੱਤ ਨੂੰ ਘੱਲ ਦੇ, ਜਾਂ ਮੈਨੂੰ ਇਸ ਕਾਬਲ ਕਰ ਦੇ, ਹੁਣ ਮੇਰੀ ਤਾਂ ਉਮਰ ਨਹੀਂ ਰਹੀ ਕਿ ਮੈਂ ਕਮਾ ਕੇ ਗੱਡੀ ਲੈ ਸਕਾਂ। ਤੇ ਉਹ ਤੁਰਿਆ ਹੀ ਨਾ, ਰੱਬ ਦੇ ਸੁਣਨ ਦੇ ਟਾਈਮ ਹੁੰਦੇ ਕਿਸ ਵੇਲੇ। ਤੇ ਇੰਨੀ ਦੇਰ ਨੂੰ ਪੁੱਤ ਦਾ ਸਰਪ੍ਰਾਈਜ਼ ਵੀ ਪੂਰਾ ਹੋ ਗਿਆ, ਪੁੱਤ ਜਨਾਬ ਘਰ ਆ ਗਿਆ। ਤੇ ਜਦੋਂ ਪਤਾ ਲੱਗਾ ਘਰੋਂ ਵੀ ਪਾਪਾ ਬਾਹਰ ਨਿਕਲੇ ਆ, ਤੇ ਬੇਟਾ ਵੀ ਪਿੱਛੇ ਨਿਕਲੇ ਵੀ ਮਸਜਿਦ ਗਏ ਹੋਣੇ। ਉਹ ਸ਼ੋਰੂਮ ਦੇ ਲਾਗੇ ਹੀ ਉਹਨਾਂ ਦੀ ਮੁਲਾਕਾਤ ਬਾਪ ਬੇਟੇ ਦੀ ਹੋ ਗਈ। ਤੇ ਬਾਪ ਬੜਾ ਰੋਇਆ, ਇੱਕ ਦਿਲ ਦੁਖਿਆ ਸੀ। ਸ਼ੋਰੂਮ ਵਾਲਿਆਂ ਨੇ ਮਾੜਾ ਜਿਹਾ ਬੇਇੱਜ਼ਤ ਕੀਤਾ ਸੀ ਵੀ ਤੂੰ ਬਾਬਾ ਰੋਜ਼ ਰੇਟ ਪੁੱਛਣ ਆ ਜਾਂਦਾ। ਰੋਂਦਾ ਰੋਂਦਾ ਘਰ ਆ ਗਿਆ। ਬੇਟੇ ਨੂੰ ਪੁੱਛਿਆ ਪਾਪਾ ਹੋਇਆ ਕੀ ਆ, ਪਾਪਾ ਹੋਇਆ ਕੀ ਆ? ਨਹੀਂ ਦੱਸਿਆ ਉਹਨੇ। ਉਹਨੂੰ ਪਤਾ ਸੀ ਫਿਰ ਗੁੱਸੇ 'ਚ ਆਊਗਾ, ਪਰੇਸ਼ਾਨ ਹੋਊਗਾ। ਅਖੀਰ ਬੇਟੇ ਨੇ ਪੁੱਛ ਲਿਆ, ਤੇ ਉਹਨੇ ਕਿਹਾ ਪਾਪਾ ਗੱਲ ਹੀ ਕੋਈ ਨਹੀਂ, ਆਪਾਂ ਹੁਣ ਗੱਡੀ ਲੈ ਲੈਂਦੇ। ਤੇ ਜਨਾਬ ਇਹ ਸੂਰਤ ਹਾਲ ਬਣੀ ਕਿ ਉਹਦੇ ਸਾਹਮਣੇ ਵਾਲਾ ਇੱਕ ਸ਼ੋਰੂਮ ਖਾਲੀ ਸੀ। ਬੇਟੇ ਨੇ ਸ਼ੋਰੂਮ ਲੈ ਕੇ 6 ਗੱਡੀਆਂ ਲੈ ਕੇ ਤੇ ਪਾਪਾ ਨੂੰ ਇੰਨਾ ਆਪਣੀ ਸੀਟ ਤੇ ਬਿਠਾ ਦਿੱਤਾ ਕਿ ਪਾਪਾ ਤੁਸੀਂ ਇਸ ਮਾਮਲੇ ਨੂੰ ਡੀਲ ਕਰੋ। ਤੇ ਫਿਰ ਪਿਓ ਦੇ ਦਿਲ 'ਚੋਂ ਕਿੰਨੀ ਕੁ ਠੰਡ ਨਿਕਲੀ ਹੋ ਔਲਾਦ ਵਾਸਤੇ। ਤੇ ਇਹੋ ਜਿਹੀ ਔਲਾਦ ਅੱਲਾ ਹਰ ਕਿਸੇ ਨੂੰ ਦੇਵੇ।